ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛਾਡੈ ਖੇਤ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛਾਡੈ ਖੇਤ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹਲਾ ਪਹਿਲਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੈ। ਸਾ ਧਰਤੀ ਸੋ ਪੌਣ ਚੁਲਾਰੇ, ਜੁਗ ਜੀ ਖਿਲੇ ਥਾਵ ਕੈਸੇ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੈ। ਸਾ ਧਰਤੀ ਸੋ ਪੌਣ ਚੁਲਾਰੇ, ਜੁਗ ਜੀ ਖਿਲੇ ਥਾਵ ਕੈਸੇ। ਜੀਵਨ ਤਲਬ ਨਿਵਾਰ, ਹੋਇ ਪ੍ਰਵਾਣ ਕਰੇ ਧਿਆਨ। ਕਲ ਕੇ ਲਖਨ ਵਿਚਾਰ, ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦੇ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ ਹਨ। ਅੱਜ 13 ਪੋਹ ਦਾ ਦਿਨ ਹੈ ਔਰ ਕਲਗੀਧਰ ਪਾਤਸ਼ਾਹ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ, ਸਤਿਗੁਰਾਂ ਦੇ ਛੋਟੇ ਲਾਲ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ ਸਾਧ ਸੰਗਤ ਜੀ। ਪਿਛਲੇ ਦਿਨਾਂ ਵਿੱਚ ਵੀ ਆਪਾਂ ਹਰ ਰੋਜ਼ ਭਾਵੇਂ ਬੇਨਤੀ ਸਾਂਝੀ ਕੀਤੀ ਗਈ ਹੈ। 6 ਪੋਹ ਦੀ ਰਾਤ ਨੂੰ ਸਤਿਗੁਰੂ ਸਾਹਿਬ ਜੀ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ, ਅੱਗੇ 7 ਪੋਹ ਦਾ ਦਿਨ ਚੜ੍ਹਨਾ ਸੀ। 6 ਪੋਹ ਦੀ ਰਾਤ ਤੇ 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਪਾਰ ਕੀਤੀ ਹੈ। ਜਦੋਂ ਸਰਸਾ ਪਾਰ ਕੀਤੀ, ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।
ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾਲ 40 ਸਿੰਘ, ਜੋ 35 ਤਿਆਰ ਬਰ ਤਿਆਰ ਤੇ 5 ਮਗਰੋਂ ਜਾ ਕੇ ਮਿਲੇ ਸੀ, ਜਿਹੜੇ ਜ਼ਖਮੀ ਹੋਏ ਸਨ। ਸਤਿਗੁਰੂ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੱਠਾ ਸਾਹਿਬ, ਉੱਥੋਂ ਦੀ ਹੋ ਕਰਕੇ ਰੋਪੜ ਦੀ ਥਾਣੀ, ਫਿਰ ਚਮਕੌਰ ਸਾਹਿਬ, ਸਤਿਪੁਰ ਦੀ ਸ਼ਾਮ ਨੂੰ ਪਹੁੰਚਦੇ ਹਨ। ਗੁਰੂ ਕੇ ਧਰਮ ਪਤਨੀਆਂ, ਗੁਰੂ ਕੇ ਮਹਿਲ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ, ਇਸੇ ਤਰ੍ਹਾਂ ਹੋਰ ਗੁਰੂ ਕੇ ਸਿੰਘ, ਤਿੰਨਾਂ ਦੇ ਨਾਲ ਸਰਸਾ ਪਾਰ ਕਰਨ ਤੋਂ ਬਾਅਦ ਇੱਕ ਰਾਤ ਰੋਪੜ ਸ਼ਹਿਰ ਵਿੱਚ ਮਾਤਾਵਾਂ ਰਹਿੰਦੀਆਂ, ਫਿਰ ਦਿੱਲੀ ਨੂੰ ਚਲੇ ਜਾਂਦੇ ਹਨ। ਤੀਜੇ ਪਾਸੇ ਸਤਿਗੁਰਾਂ ਦੇ ਪੂਜਨੀਕ ਮਾਤਾ ਤੇ ਛੋਟੇ ਲਾਲ, ਉਹ ਸਰਸਾ ਪਾਰ ਕਰਨ ਤੋਂ ਬਾਅਦ ਸਤਪੋਹ ਦੀ ਰਾਤ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਰਹਿੰਦੇ ਹਨ। ਉੱਥੇ ਹੀ ਗੰਗੂ ਬ੍ਰਾਹਮਣ ਮਿਲਦਾ ਹੈ ਮਾਤਾਵਾਂ ਨੂੰ, ਮਾਤਾ ਜੀ ਨੂੰ, ਛੋਟੇ ਲਾਲਾਂ ਨੂੰ, ਔਰ ਉਹ 8 ਪੋਹ ਨੂੰ ਕੁੰਮੇ ਮਾਸ਼ਕੀ ਦੀ ਛੰਨ ਵਿੱਚੋਂ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ। 8 ਪੋਹ ਦੀ ਰਾਤ ਗੰਗੂ ਬ੍ਰਾਹਮਣ ਦੇ ਘਰੇ ਮਾਤਾ ਜੀ ਤੇ ਛੋਟੇ ਲਾਲਾਂ ਨੇ ਬਤੀਤ ਕੀਤੀ ਹੈ। 8 ਪੋਹ ਦੀ ਰਾਤ ਨੂੰ ਹੀ ਉਸ ਦਾ ਮਨ ਬੇਈਮਾਨ ਹੁੰਦਾ ਹੈ, ਮੋਹਰਾਂ ਚੁੱਕ ਲੈਂਦਾ ਹੈ। ਮਾਤਾ ਜੀ ਭਾਵੇਂ ਉਸ ਨੂੰ ਸਮਝਾਉਂਦੇ ਹਨ, ਉਹਨੇ ਆਖਿਆ ਮਾਤਾ ਜੀ ਕੋਈ ਚੋਰ ਲੈ ਗਿਆ ਹੋਵੇਗਾ ਚੁੱਕ ਕੇ। ਆਖਿਆ ਵੀ ਕੋਈ ਆਇਆ ਤੇ ਹੈ ਨਹੀਂ ਅੰਦਰ, ਤੇ ਤੁਸੀਂ ਮਾਤਾ ਜੀ ਫਿਰ ਮੇਰੇ ਤੇ ਇਲਜ਼ਾਮ ਲਾਉਂਦੇ ਹੋ। 4 ਚੁਫੇਰੇ ਫੌਜ ਤੁਹਾਨੂੰ ਫੜਨ ਵਾਸਤੇ ਫਿਰਦੀ ਹੈ, ਮੈਂ ਆਪਣੇ ਘਰੇ ਲੈ ਕੇ ਆਇਆ ਹਾਂ ਤੇ ਮੇਰੇ ਉੱਤੇ ਤੁਸੀਂ ਇਲਜ਼ਾਮ ਲਾਉਂਦੇ ਹੋ। ਮਾਤਾ ਜੀ ਕਹਿੰਦੇ ਕੋਈ ਗੱਲ ਨਹੀਂ, ਪਰ ਤੂੰ ਉੱਚੀ ਨਾ ਬੋਲ, ਕੰਧਾਂ ਨੂੰ ਵੀ ਕੰਨ ਹੁੰਦੇ ਆ, ਉੱਚੀ ਨਾ ਬੋਲ, ਮੇਰੇ ਕੋਲ ਮੇਰੇ ਲਾਲ, ਮੇਰੇ ਇਹ ਹੀਰੇ ਹਨ, ਪਰ ਤੂੰ ਇਸ ਤਰ੍ਹਾਂ ਨਾ ਬੋਲ। ਉਹਦਾ ਮਨ ਬੇਈਮਾਨ ਸੀ, ਉਹ ਚਾਹੁੰਦਾ ਸੀ ਵੀ ਇਹ ਮੋਹਰਾਂ ਤੇ ਪ੍ਰਾਪਤ ਹੋ ਹੀ ਗਈਆਂ ਤੇ ਹੁਣ ਮੈਂ ਸਰਕਾਰ ਨੂੰ ਦੱਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਬੱਚਿਆਂ ਨੂੰ ਫੜਾ ਕਰਕੇ ਸਰਕਾਰੀ ਇਨਾਮ ਵੀ ਪ੍ਰਾਪਤ ਕਰ ਲਵਾਂ। ਉਸ ਦੇ ਅੰਦਰ ਲੋਭ ਦਾ ਕੁੱਤਾ ਭੌਂਕਿਆ, ਲਾਲਚ ਦਾ ਕੁੱਤਾ। ਜਦੋਂ ਕੂਕਰ ਦਾ ਜ਼ਿਕਰ ਕੀਤਾ ਨਾ ਗੁਰਬਾਣੀ ਦੇ ਵਿੱਚ ਗਰੀਬ ਨਵਾਜ਼ ਸਾਹਿਬ ਜੀ ਨੇ, ਤਾਂ ਕੂਕਰ ਦਾ ਜ਼ਿਕਰ ਕਰਦਿਆਂ, ਕੁੱਤੇ ਦਾ ਜ਼ਿਕਰ ਕਰਦਿਆਂ ਮਹਾਰਾਜ ਨੇ ਆਖਿਆ ਕੁੱਤਾ ਦੇ ਵਿੱਚ ਵਫਾਦਾਰੀ ਵਾਲਾ ਗੁਣ ਬੜਾ ਵੱਡਾ ਹੈ। ਭੋਗ ਦੇ ਸ਼ਲੋਕਾਂ 'ਚ ਨਾਵੇਂ ਪਾਤਸ਼ਾਹ ਦਾ ਬਚਨ ਹੈ ਨਾ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਣ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਕੁੱਤਾ ਵਫਾਦਾਰ ਬਹੁਤ ਹੁੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਦੂਜਾ ਜ਼ਿਕਰ ਕਰਦਿਆਂ ਬਾਣੀ 'ਚ ਆਖਿਆ ਵੀ ਜੇ ਕੁੱਤਾ ਹਲਕ ਜਾਵੇ ਤੇ ਆਪਣੇ ਘਰਦਿਆਂ ਨੂੰ ਹੀ ਵੱਢ ਦਿੰਦਾ ਹੈ। ਕੁੱਤੇ 'ਚ ਵਫਾਦਾਰੀ ਵਾਲਾ ਗੁਣ ਹੈ, ਪਰ ਹਲਕਿਆ ਹੋਇਆ ਕੁੱਤਾ ਵਫਾਦਾਰ ਨਹੀਂ ਰਹਿੰਦਾ ਹੈ। ਸਤਿਗੁਰੂ ਕਹਿੰਦੇ ਜਦੋਂ ਲੋਭ ਦੀ ਲਹਿਰ ਆਉਂਦੀ ਹੈ ਨਾ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਹੈ ਵਿਗਾਰੇ। ਲੋਭ ਦੀ ਲਹਿਰ ਨੇ ਹਲਕੇ ਕੁੱਤੇ ਦੀ ਤਰ੍ਹਾਂ ਜੀਵਨ ਨੂੰ ਬਣਾ ਦਿੱਤਾ। ਉਹ ਲੋਭ ਦਾ ਕੁੱਤਾ ਗੰਗੂ ਬ੍ਰਾਹਮਣ ਦੇ ਹਿਰਦੇ ਵਿੱਚ ਭੌਂਕਿਆ। ਉਹਨੇ ਕਿਹਾ ਕਿ ਸਰਕਾਰ ਤੋਂ ਇਨਾਮ ਪ੍ਰਾਪਤ ਕੀਤਾ ਜਾਵੇ। ਫਿਰ 9 ਪੋਹ ਦੇ ਦਿਨੇ ਮਰਿੰਡੇ ਜਾਂਦਾ ਹੈ ਤੇ ਜਾਨੀ ਖਾਂ ਮਾਨੀ ਖਾਂ ਥਾਣੇਦਾਰਾਂ ਨੂੰ ਸਿਪਾਹੀਆਂ ਸਮੇਤ ਲੈ ਕੇ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਮਾਂ ਜੀ ਤੇ ਉਹਨਾਂ ਦੇ ਛੋਟੇ ਬੱਚੇ ਮੇਰੇ ਘਰ ਵਿੱਚ ਆਓ ਤੇ ਗ੍ਰਿਫਤਾਰ ਕਰ ਲਓ। ਸਿਪਾਹੀ ਆਉਂਦੇ, ਥਾਣੇਦਾਰ ਆਉਂਦੇ ਤੇ ਇਹਦੇ ਪਿੰਡ ਖੇੜੀ ਦੇ ਵਿੱਚੋਂ ਮਾਤਾ ਜੀ ਨੂੰ ਤੇ ਛੋਟੇ ਲਾਲਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਇਤਿਹਾਸ ਕਹਿੰਦਾ ਉਹਨਾਂ ਨੇ ਹੱਥ ਘੜੀਆਂ ਵੀ ਲਾਈਆਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਛੋਟੇ ਛੋਟੇ ਲਾਲਾਂ ਨੂੰ 7 ਸਾਲ ਤੇ 9 ਸਾਲ ਦੀ ਉਮਰ ਹੈ, ਉਹਨਾਂ ਨੇ ਹੱਥ ਘੜੀਆਂ ਵੀ ਲਾਈਆਂ ਔਰ ਇੱਥੇ ਲੈ ਕਰਕੇ ਆਏ ਮਰਿੰਡੇ ਦੇ ਵਿੱਚ। ਮਰਿੰਡੇ ਸ਼ਹਿਰ 'ਚ ਲਿਆ ਕਰਕੇ 9 ਪੋਹ ਦੀ ਰਾਤ ਨੂੰ ਕੋਤਵਾਲੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ ਹੈ, ਉਹ ਕੋਤਵਾਲੀ ਉਹ ਥਾਣੇ ਦੇ ਵਿੱਚ ਰੱਖਿਆ ਗਿਆ। 9 ਪੋਹ ਦੀ ਰਾਤ ਇੱਥੇ ਰਹੇ, 10 ਪੋਹ ਦਾ ਦਿਨ ਚੜ੍ਹਦਾ ਹੈ। ਉਧਰਲੇ ਪਾਸਿਓਂ ਹਾਰਿਆ ਹੋਇਆ, ਹੰਬਿਆ ਹੋਇਆ ਚਮਕੌਰ ਦੀ ਗੜੀ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਦਾ ਮੁਕਾਬਲਾ ਕਰਦਾ ਹੋਇਆ ਸਰਹੰਦ ਦਾ ਸੂਬਾ ਬਹੁਤ ਮਜੂਸ ਜਿਹਾ ਹੋ ਕੇ, ਲਾਚਾਰ ਜਿਹਾ ਹੋ ਕੇ, ਦੁਖੀ ਜਿਹਾ ਹੋ ਕੇ ਵਾਪਸ ਸਰਹੰਦ ਆਉਂਦਾ ਹੈ ਵੀ ਇੰਨੇ ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ, ਏਡੀ ਵੱਡੀ ਫੌਜ ਨੇ,
ਫਿਰ ਚਮਕੌਰ ਦੇ ਵਿੱਚ ਘੇਰਾ ਪਾਇਆ ਤੇ ਫਿਰ ਸਾਡੀ ਲੱਖਾਂ ਫੌਜ ਨੂੰ ਤਾੜੀ ਮਾਰ ਕੇ ਜਕਾਰੇ ਬੁਲਾ ਕੇ ਗੁਰੂ ਗੋਬਿੰਦ ਸਿੰਘ ਵਿੱਚੋਂ ਹੀ ਨਿਕਲ ਗਿਆ। ਅਸੀਂ ਫੇਰ ਨਹੀਂ ਫੜ ਸਕੇ। ਬੜਾ ਦੁਖੀ ਜਿਹਾ ਹੋਇਆ, ਢੱਠੇ ਜੇ ਮਨ ਦੇ ਨਾਲ ਵਾਪਸ ਸਰਹੰਦ ਪੁੱਜਾ ਸੂਬਾ। ਇਧਰੋਂ ਜਾਨੀ ਖਾਂ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਲੈ ਕਰਕੇ ਸਰਹੰਦ ਜਾਂਦੇ ਤੇ ਕਹਿੰਦੇ ਸੂਬਾ ਸਰਹੰਦ ਨਾਰਾਜ਼ ਹੋਣ ਦੀ ਲੋੜ ਕੋਈ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਫੜ ਸਕੇ, ਨਹੀਂ ਗ੍ਰਿਫਤਾਰ ਕਰ ਸਕੇ, ਨਹੀਂ ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਖਤਮ ਕਰ ਸਕੇ। ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਛੋਟੇ ਪੁੱਤਰ ਹਨ ਤੇ ਅਸੀਂ ਤੁਹਾਡੇ ਕੋਲੇ ਲੈ ਕੇ ਆਏ। ਬੜਾ ਖੁਸ਼ ਹੋਇਆ ਸਰਹੰਦ ਦਾ ਸੂਬਾ। ਉਹਨੇ ਆਖਿਆ ਹੁਣ ਗੁਰੂ ਗੋਬਿੰਦ ਸਿੰਘ ਜ਼ਰੂਰ ਆਵੇਗਾ ਮੇਰੇ ਕੋਲੇ। ਆਪਣੀ ਮਾਤਾ ਦੀ ਮਮਤਾ ਕਰਕੇ, ਬੱਚਿਆਂ ਦੇ ਮੋਹ ਕਰਕੇ ਗੁਰੂ ਗੋਬਿੰਦ ਸਿੰਘ ਆਪਣੇ ਆਪ ਮੇਰੇ ਕੋਲੇ ਆਵੇਗਾ। ਆਖਿਆ ਵੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਚੜਾ ਦਿੱਤਾ ਜਾਵੇ। 10 ਪੋਹ ਦੀ ਗੱਲ ਹੈ। ਫਿਰ 3 ਰਾਤਾਂ ਸਾਧ ਸੰਗਤ ਜੀ ਉਸ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਤੇ ਛੋਟੇ ਲਾਲਾ ਨੇ ਬਤੀਤ ਕੀਤੀਆਂ। 10 ਪੋਹ ਦੀ ਰਾਤ, 11 ਪੋਹ ਦੀ ਰਾਤ ਤੇ 12 ਪੋਹ ਦੀ ਰਾਤ। ਇਹ 3 ਰਾਤਾਂ 11 ਤੇ 12 2 ਦਿਨ, 11 ਪੋਹ ਤੇ 12 ਦਿਨ, 12 ਪੋਹ ਇਹ 2 ਦਿਨ ਫਿਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਲਿਜਾਂਦੇ ਰਹੇ ਸਿਪਾਹੀ। ਉਹ ਬੇਨਤੀਆਂ ਪਿਛਲੇ ਦਿਨਾਂ ਵਿੱਚ ਵੀ ਸਾਂਝੀਆਂ ਕੀਤੀਆਂ। ਕਈ ਤਰ੍ਹਾਂ ਦੇ ਲਾਲਚ ਦਿੱਤੇ, ਕਈ ਤਰ੍ਹਾਂ ਨਾਲ ਉਹਨਾਂ ਨੇ ਸਿਖਾਇਆ ਸਾਹਿਬਜ਼ਾਦਿਆਂ ਨੂੰ ਵੀ ਤੁਸੀਂ ਇਸ ਤਰ੍ਹਾਂ ਜਾ ਕੇ ਝੁਕ ਕੇ ਸਲਾਮ ਕਰਨੀ ਹੈ ਸੂਬੇ ਸਰਹੰਦ ਨੂੰ। ਪਰ ਗੁਰੂ ਕੇ ਲਾਲ ਕਚਹਿਰੀ ਵਿੱਚ ਜਾ ਕੇ ਆਮੋ ਸਾਹਮਣੇ ਖਲੋ ਕੇ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਮਣੇ ਖਲੋ ਜਾਂਦੇ ਬਾਬਾ ਫਤਿਹ ਸਿੰਘ ਸਾਹਿਬ ਜੀ। ਪੰਜੇ ਕਕਾਰ ਧਾਰੇ ਹੋਏ ਆ, ਦਸਤਾਰਾਂ ਸਜੀਆਂ ਹੋਈਆਂ ਵਾ ਤੇ ਆਮੋ ਸਾਹਮਣੇ ਖਲੋ ਕੇ ਕਹਿੰਦੇ ਆ ਕਚਹਿਰੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਚਾ ਆਨੰਦ ਸਮਝਾਉਂਦਾ ਗਿਆ ਸੀ, ਜਿਹਨੂੰ ਇਤਿਹਾਸ ਨੇ ਝੂਠਾ ਆਨੰਦ ਤੇ ਝੂਠਾ ਆਨੰਦ ਲਿਖਿਆ, ਕਿਉਂਕਿ ਉਹਦਾ ਨਾਂ ਸੁੱਚਾ ਆਨੰਦ ਸੀ। ਪਰ ਜੇ ਕੰਮ ਚੰਗੇ ਨਾ ਹੋਣ ਤੇ ਫਿਰ ਨਾਂ ਵੀ ਸੋਭਾ ਨਹੀਂ ਪਾਉਂਦਾ। ਇਸ ਕਰਕੇ ਇਤਿਹਾਸ ਨੇ ਆਖਿਆ ਸੁੱਚਾ ਆਨੰਦ ਦੇ ਕੰਮ ਸੁੱਚੇ ਨਹੀਂ ਸੀ, ਇਹ ਝੂਠਾ ਤੇ ਝੂਠਾ ਹੀ ਹੈ। ਉਹਨੇ ਬੜਾ ਸਮਝਾਇਆ ਸੀ ਵੀ ਸੂਬੇ ਸਰਹੰਦ ਨੂੰ ਝੁੱਕ ਕੇ ਸਲਾਮ ਕਰਨੀ। ਆਖਿਰਕਾਰ ਉਹਨੇ ਕਿਹਾ ਵੀ ਇਹ ਕੋਈ ਆਨੰਦਪੁਰ ਦਾ ਦਰਬਾਰ ਨਹੀਂ, ਇਹ ਖਾਲਸੇ ਦਾ ਦੀਵਾਨ ਨਹੀਂ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਇਹ ਸਰਹੰਦ ਦੇ ਸੂਬੇ ਦਾ ਦਰਬਾਰ, ਉਹਦੀ ਕਚਹਿਰੀ ਹੈ, ਇੱਥੇ ਤਾਂ ਝੁੱਕ ਕੇ ਸਲਾਮ ਕਰਨੀ ਪਵੇਗੀ। ਪਰ ਸਾਹਿਬਜ਼ਾਦਿਆਂ ਨੇ ਫੇਰ ਫਤਿਹ ਗਜਾਈ। ਇਹ 11 ਪੋਹ ਨੂੰ ਵੀ ਇਸੇ ਤਰ੍ਹਾਂ ਵਾਪਰਿਆ, 12 ਪੋਹ ਨੂੰ ਵੀ ਇਸੇ ਤਰ੍ਹਾਂ। ਕਈ ਤਰ੍ਹਾਂ ਦੇ ਉਹਨਾਂ ਤਸੀਹੇ ਦਿੱਤੇ। ਫਿਰ ਸਾਧ ਸੰਗਤ ਜੀ ਨੀਹਾਂ ਵਿੱਚ ਚਿਣੇ ਜਾਣ ਦਾ ਤੇ ਹੈ ਹੀ ਹੈ ਨਾ ਜ਼ਿਕਰ। ਇਹਦੇ ਤੋਂ ਪਹਿਲਾਂ ਵੀ ਜ਼ਿਕਰ ਆਉਂਦਾ ਹੈ ਵੀ ਕੋਰੜੇ ਵੀ ਮਾਰੇ ਗਏ ਸਾਹਿਬਜ਼ਾਦਿਆਂ ਨੂੰ, ਸ਼ਮਕਾਂ ਦੀ ਮਾਰ ਮਾਰੀ ਗਈ। ਕਹਿੰਦੇ ਹਨ ਹੱਥਾਂ ਵਿੱਚ ਪਲੀਤੇ ਰੱਖ ਕਰਕੇ ਉਹਨਾਂ ਨੂੰ ਵੀ ਅੱਗ ਲਾ ਕਰਕੇ ਤੇ ਸਾਹਿਬਜ਼ਾਦਿਆਂ ਨੂੰ ਡਰਾਇਆ ਗਿਆ। ਲਾਸ਼ਾਂ ਪਾਈਆਂ ਉਹਨਾਂ ਨੇ ਸ਼ਮਕਾਂ ਮਾਰ ਮਾਰ ਕੇ ਵੀ ਇਸਲਾਮ ਵਿੱਚ ਆ ਜਾਓ, ਸਾਡੀ ਗੱਲ ਮੰਨ ਲਓ। ਪਰ ਗੁਰੂ ਕੇ ਲਾਲਾ ਨੇ ਆਖਿਆ ਅਸੀਂ ਖਾਲਸੇ ਹਾਂ, ਅਸੀਂ ਗੁਰੂ ਕੇ ਸਿੰਘ ਹਾਂ, ਅਸੀਂ ਆਪਣੇ ਧਰਮ ਵਿੱਚ ਪਰਪੱਕ ਰਵਾਂਗੇ। ਵੇਖੋ ਕਿੰਨੀਆਂ ਉਮਰਾਂ, 7 ਸਾਲ ਤੇ 9 ਸਾਲ ਦੀ ਉਮਰ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰ ਕਿਸੇ ਪ੍ਰਕਾਰ ਦਾ ਉਹਨਾਂ ਨੇ ਲਾਲਚ ਨਹੀਂ ਮੰਨਿਆ, ਕਿਸੇ ਪ੍ਰਕਾਰ ਦਾ ਉਹਨਾਂ ਨੇ ਡਰ ਨਹੀਂ ਮੰਨਿਆ। ਇਹ ਵੀ ਗੱਲ ਕਹੀ ਗਈ ਵੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਲਿਆ। ਕਹਿਣ ਲੱਗੇ ਨਹੀਂ, ਸਾਡੇ ਪਿਤਾ ਨੂੰ ਮਾਰਨ ਵਾਲਾ ਕੋਈ ਜੰਮਿਆ ਹੀ ਨਹੀਂ, ਸਾਡਾ ਪਿਤਾ ਤੇ ਅਬਿਨਾਸੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਆਖਿਰਕਾਰ 12 ਪੋਹ ਵਾਲੇ ਦਿਨ ਫਤਵਾ ਲਾਇਆ ਗਿਆ। ਕਾਜੀ ਨੇ ਸੜੀ ਹੋਈ ਜ਼ੁਬਾਨ ਚੋਂ ਕਹਿਰ ਭਰਿਆ ਫਤਵਾ ਕੱਢਿਆ। ਔਰੰਗਜ਼ੇਬ ਇਹਦੇ ਵਜੀਦ ਖਾਂ ਦੇ ਕਹਿਣ ਤੇ ਵੀ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਬਾਗੀ ਪੁੱਤਰ ਵਾ, ਇਹਨਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਖਤਮ ਕਰ ਦੇਣਾ ਚਾਹੀਦਾ। ਉਸ ਮੌਕੇ ਤੇ ਮਲੇਰ ਕੋਟਲੀਏ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ, ਸਾਹਿਬਜ਼ਾਦਿਆਂ ਦੇ ਹੱਕ ਵਿੱਚ ਖਲੋਤਾ। ਉਹਨੇ ਆਖਿਆ ਆਪਣਾ ਧਰਮ ਇਸਲਾਮ ਵੀ ਇਹ ਗੱਲ ਨਹੀਂ ਕਹਿੰਦਾ ਕਿ ਛੋਟੇ ਛੋਟੇ ਬੱਚਿਆਂ ਦੇ ਉੱਤੇ ਏਡਾ ਵੱਡਾ ਜ਼ੁਲਮ ਕੀਤਾ ਜਾਵੇ। ਇਹਨਾਂ ਬੱਚਿਆਂ ਨੂੰ ਛੱਡ ਦੇਣਾ ਚਾਹੀਦਾ, ਮਾਤਾ ਜੀ ਨੂੰ ਛੱਡ ਦੇਣਾ ਚਾਹੀਦਾ, ਇਹਨਾਂ ਤੇ ਜ਼ੁਲਮ ਨਹੀਂ ਢਾਉਣਾ ਚਾਹੀਦਾ। ਸਰਹੰਦ ਦਾ ਸੂਬਾ ਵਜੀਦਾ ਕਹਿੰਦਾ ਹੈ
ਕਿ ਨਵਾਬ ਸਾਹਿਬ ਹਾਲੇ 4 ਦਿਨਾਂ ਦੀ ਗੱਲ ਹੈ, ਆ 8 ਪੋਹ ਵਾਲੇ ਦਿਨ ਚਮਕੌਰ ਦੀ ਜੰਗ ਦੇ ਵਿੱਚ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਭਰਾ ਨਾਰ ਖਾਂ ਦੀ ਛਾਤੀ ਦੇ ਵਿੱਚ ਤੀਰ ਮਾਰ ਕੇ ਮਾਰਿਆ। ਆਪਣੇ ਭਰਾ ਦਾ ਬਦਲਾ ਲੈ ਲਓ ਤੁਸੀਂ, ਸਗੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਮਾਰ ਕੇ। ਉਹਨੇ ਆਖਿਆ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਸੂਬਾ ਸਾਹਿਬ, ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣਗੇ, ਮੈਂ ਉਹਨਾਂ ਦੇ ਸਾਹਮਣੇ ਹੋਵਾਂਗਾ ਤੇ ਮੈਂ ਬਦਲਾ ਲੈ ਲਵਾਂਗਾ ਆਪਣੇ ਭਰਾ ਦਾ, ਉਹਨਾਂ ਨਾਲ ਜੰਗ ਕਰ ਲਵਾਂਗਾ। ਪਰ ਇਹ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਜ਼ੁਲਮ ਕਰਨਾ, ਇਹ ਗੱਲ ਠੀਕ ਨਹੀਂ, ਇਹ ਜ਼ੁਲਮ ਹੈ, ਇਹ ਕਹਿਰ ਹੈ। ਪਰ ਉਸ ਦੀ ਕਿਸੇ ਨੇ ਨਹੀਂ ਸੁਣੀ। ਉਹ ਰੌਲਾ ਪਾਉਂਦਾ ਹੋਇਆ, ਹਾ ਦਾ ਨਾਰਾ ਮਾਰਦਾ ਹੋਇਆ ਉੱਥੋਂ ਚਲੇ ਜਾਂਦਾ ਹੈ। ਸੁੱਚੇ ਨੰਦ ਨੇ ਆਖਿਆ ਕਿ ਬੱਚਿਓ, ਜੇ ਤੁਹਾਨੂੰ ਛੱਡ ਦਈਏ ਤੇ ਫਿਰ ਕੀ ਕਰੋਗੇ? ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਪਹਿਲੀ ਗੱਲ ਤੇ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਝੂਠ ਬੋਲਦੇ ਹੋ ਤੁਸੀਂ। ਪਰ ਜੇ ਸਾਨੂੰ ਛੱਡਦੇ ਹੋ, ਅਸੀਂ ਜਾ ਕੇ ਪਿਤਾ ਜੀ ਨੂੰ ਮਿਲਾਂਗੇ, ਅਸੀਂ ਖਾਲਸੇ ਨੂੰ ਮਿਲਾਂਗੇ। ਕਹਿੰਦੇ ਫਿਰ ਕੀ ਕਰੋਗੇ? ਕਹਿੰਦੇ ਆ ਕੇ ਤੇ ਤੁਹਾਡੇ ਨਾਲ ਜੰਗ ਕਰਾਂਗੇ। ਇਹ ਲਿਖਿਆ ਇਤਿਹਾਸ ਵਿੱਚ। ਉਂਝ ਗੁਰੂ ਸਾਹਿਬ ਜੀ ਤੇ ਗੁਰੂ ਕਾ ਖਾਲਸਾ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਂਦਾ। ਮਹਾਰਾਜ ਸਾਹਿਬ ਨਾ ਆਪ ਕਿਤੇ ਚੜ੍ਹਾਈ ਕਰਕੇ ਗਏ ਆ ਤੇ ਨਾ ਗੁਰੂ ਕਾ ਖਾਲਸਾ ਹੀ ਕਿਤੇ। ਪਰ ਇਹਨਾਂ ਨੂੰ ਸਾਹਿਬਜ਼ਾਦਿਆਂ ਨੇ ਕਿਉਂ ਆਖਿਆ? ਕਿਉਂਕਿ ਇਹਨਾਂ ਨੇ ਕਸਮਾਂ ਖਾ ਕੇ ਤੋੜੀਆਂ, ਇਹਨਾਂ ਨੇ ਵਾਅਦਾ ਕੀਤਾ। ਖਾਲਸਾ ਵਾਅਦਾ ਨਹੀਂ ਕਰਦਾ ਹੈ, ਪਹਿਲਾਂ ਇਹਨਾਂ ਨੇ ਜ਼ੁਲਮ ਕੀਤਾ ਹੈ। ਇਸ ਕਰਕੇ ਗੱਲ ਸਾਹਿਬਜ਼ਾਦਿਆਂ ਨੇ ਆਖੀ, ਅਸੀਂ ਪਿਤਾ ਜੀ ਨੂੰ ਜਾ ਕੇ ਮਿਲਾਂਗੇ, ਖਾਲਸੇ ਨੂੰ ਮਿਲਾਂਗੇ, ਤੇ ਕਹਿੰਦੇ ਆ ਕਰਕੇ ਸਰਹੰਦ ਦੇ ਸੂਬੇ ਨੂੰ ਮਾਰਾਂਗੇ। ਜਦੋਂ ਸਾਹਮਣੇ ਖਲੋ ਕੇ ਇਹ ਗੱਲ ਆਖੀ ਵੀ ਇਹ ਸੂਬੇ ਨੂੰ ਮਾਰਾਂਗੇ, ਤੇ ਉਹ ਇਹ ਗੱਲ ਸੁਣਦਾ ਫਿਰ ਕਹਿੰਦਾ ਜੇ ਫੇਰ ਤੁਹਾਨੂੰ ਫੜ ਲਈਏ ਫੇਰ ਛੱਡ ਦਈਏ। ਤੇ ਬਾਬਾ ਫਤਿਹ ਸਿੰਘ ਕਹਿੰਦੇ ਝੂਠੇ ਨੰਦ ਨੂੰ ਵੀ ਐਵੇਂ ਵਾਰ-ਵਾਰ ਕੀ ਕਹੀ ਜਾਂਦਾ, ਜਿੰਨਾ ਚਿਰ ਅਸੀਂ ਜ਼ੁਲਮ ਰਾਜ ਦੀਆਂ ਜੜ੍ਹਾਂ ਨਹੀਂ ਪੁੱਟ ਦਿੰਦੇ ਉਹਨਾਂ ਚਿਰ ਲੜੀ ਜਾਵਾਂਗੇ, ਜਾਂ ਜਿੰਨਾ ਚਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਉਹਨਾਂ ਚਿਰ ਲੜਾਂਗੇ। ਆਖਰਕਾਰ ਸੁੱਚੇ ਨੰਦ ਨੇ ਆਖਿਆ, ਵੇਖਿਆ ਸੂਬਾ ਸਾਹਿਬ, ਮਲੇਰਕੋਟਲੇ ਦੇ ਨਵਾਬ ਕਹਿ ਰਹੇ ਸੀ ਇਹ ਛੋਟੇ ਬੱਚੇ ਆ। ਇਹ ਛੋਟੇ ਬੱਚੇ ਨਹੀਂ, ਸੱਪਾਂ ਦੇ ਬੱਚੇ ਸਪੋਲੀਏ ਹੀ ਹੁੰਦੇ ਆ। ਇਹ ਛੋਟੇ ਬੱਚੇ ਨਹੀਂ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਆ। ਇਸ ਕਰਕੇ ਜੰਮਦੇ ਕੰਡੇ ਮਿੱਧ ਦੇਣੇ ਚਾਹੀਦੇ। ਇਸ ਕਰਕੇ ਸੱਪ ਨੂੰ ਮਾਰਨਾ, ਸੱਪ ਦੇ ਬੱਚੇ ਨੂੰ ਪਾਲਣਾ, ਇਹ ਕਿੱਥੋਂ ਦੀ ਦਨਾਈ ਹੈ? ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਬਾਗੀ ਪੁੱਤਰ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਫਿਰ ਫਤਵਾ ਲੱਗਾ ਸੀ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕਰਕੇ ਜਿਉਂਦਿਆਂ ਹੀ ਖਤਮ ਕਰ ਦਿੱਤਾ ਜਾਵੇ। 12 ਪੋਹ ਦੀ ਰਾਤ ਜਿਹੜੀ ਅੱਜ ਲੰਘੀ ਹੈ, ਇਹ ਆਖਰੀ ਰਾਤ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਪਾਸ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਬਤੀਤ ਕੀਤੀ ਹੈ। ਧੰਨ ਮਾਤਾ ਗੁਜਰ ਕੌਰ ਜੀ, 80 ਸਾਲ ਤੋਂ ਵਧੇਕ ਸਰੀਰ ਕਾਰਬਲਾ ਹੈ, ਪਰ ਮਾਤਾ ਜੀ ਦਾ ਜੀਵਨ ਵੀ ਕੈਸਾ ਹੈ ਸਾਧ ਸੰਗਤ ਜੀ। ਪਿਤਾ ਬਾਬਾ ਲਾਲ ਚੰਦ ਜੀ, ਮਾਤਾ ਬਿਸ਼ਨ ਕੌਰ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਗੁਜਰ ਕੌਰ ਜੀ ਦਾ ਅਵਤਰਨ ਹੋਇਆ ਲਖਨੌਰ ਦੇ ਵਿੱਚ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਆਨੰਦ ਕਾਰਜ ਹੋਇਆ ਐਸ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜੋ ਆ ਦੁਆਬੇ ਦੇ ਇਲਾਕੇ ਆਪਣੇ ਨੇੜੇ ਆ ਕਰਤਾਰਪੁਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੌਂ ਬਣੇ ਮਾਤਾ ਗੁਜਰ ਕੌਰ ਜੀ। ਜਦੋਂ ਆਨੰਦ ਕਾਰਜ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਲਾਵਾਂ ਦਾ ਪਾਠ ਕੀਤਾ ਸੀ 6ਵੇਂ ਪਾਤਸ਼ਾਹ ਦੀ ਆਗਿਆ ਦੇ ਨਾਲ। ਫਿਰ ਸਮੇਂ ਦੇ ਨਾਲ ਕੀਰਤਪੁਰ ਸਾਹਿਬ ਵੀ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ। ਫਿਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਦੋਂ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਪ ਕੀਤਾ, ਬੰਦਗੀ ਕੀਤੀ, ਉੱਥੇ ਮਾਤਾ ਗੁਜਰੀ ਜੀ ਨਾਲ ਹੀ ਰਹੇ। ਬਲਕਿ ਹਰ ਇੱਕ ਥਾਂ ਤੇ ਫਿਰ ਆਨੰਦਪੁਰ ਸਾਹਿਬ ਵਸਾਇਆ, ਫਿਰ ਸ੍ਰੀ ਪਟਨਾ ਸਾਹਿਬ ਜਾਣਾ, ਉੱਥੋਂ ਬਾਅਦ ਫਿਰ ਆਨੰਦਪੁਰ ਸਾਹਿਬ ਆਉਣਾ।
ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਦੀ ਕੱਲਾ ਸੀਸ ਵੀ ਵੇਖਿਆ ਆਪਣੇ ਪਤੀ ਸਤਿਗੁਰੂ ਨਾਮੇ ਪਾਤਸ਼ਾਹ ਦਾ, ਕੱਲੇ ਸੀਸ ਦਾ ਸੰਸਕਾਰ ਹੁੰਦਾ ਵੀ ਵੇਖਿਆ। ਉਹ ਮਾਤਾ ਜੀ ਹੁਣ ਉਹ ਸਾਰਾ ਸਮਾਂ ਮਾਤਾ ਜੀ ਦੇ ਦ੍ਰਿਸ਼ਟੀ ਦੇ ਵਿੱਚ ਹੈ, ਮਾਤਾ ਜੀ ਦੇ ਨਜ਼ਰਾਂ ਦੇ ਸਾਹਮਣੇ ਆਇਆ ਹੈ। 12 ਪੋਹ ਦੀ ਰਾਤ ਨੂੰ ਉਹਨਾਂ ਨੇ ਬਾਣੀ ਪੜ੍ਹੀ ਹੈ, ਸਾਹਿਬਜ਼ਾਦਿਆਂ ਨੂੰ ਬਾਣੀ ਸੁਣਾਈ ਹੈ ਤੇ ਆਪਣਾ ਇਤਿਹਾਸ ਸਾਰਾ ਸੁਣਾਇਆ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਦੀ ਗਾਥਾ ਸਾਰੀ ਸਾਹਿਬਜ਼ਾਦਿਆਂ ਨੂੰ ਸੁਣਾਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਮਾਤਾ ਜੀ ਨੇ ਸੁਣਾਇਆ ਹੈ। ਸਾਹਿਬਜ਼ਾਦਿਆਂ ਦੇ ਦਾਦਾ ਜੀ ਆਪਣੇ ਪਤੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਰਾ ਸੁਣਾਇਆ ਹੈ। ਕਿਵੇਂ ਉਹਨਾਂ ਨੇ ਧਰਮ ਦੀ ਰਾਖੀ ਕੀਤੀ, ਤਿਲਕ ਜੰਨੂ ਦੀ ਰਾਖੀ ਵਾਸਤੇ, ਕਿਵੇਂ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੈ ਤੁਹਾਡੇ ਦਾਦਾ ਜੀ ਨੇ। ਜੋਰਾਵਰ ਸਿੰਘ, ਫਤਿਹ ਸਿੰਘ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਤੁਸੀਂ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੋ। ਤੁਸੀਂ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਹੋ। ਤੁਹਾਡੇ ਵਡੇਰੇ ਸਤਿਗੁਰੂ ਪੰਚਮ ਪਾਤਸ਼ਾਹ ਹਨ, ਜਿਹੜੇ ਤੱਤੀ ਲੋਹ ਤੇ ਬੈਠ ਕੇ ਵੀ ਨਹੀਂ ਸੀ ਡੋਲੇ, ਜਿਨ੍ਹਾਂ ਦੇ ਸੀਸ ਵਿੱਚ ਤੱਤਾ ਰੇਤਾ ਪਿਆ ਸੀ ਲਾਲੋ, ਜਿਹੜੇ ਉਬਲਦੀ ਦੇਗ ਵਿੱਚ ਵੀ ਬੈਠੇ ਸੀ ਤੇ ਫਿਰ ਵੀ ਇਹ ਗੱਲ ਕਹੀ ਸੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੁਸੀਂ ਬਾਣੀ ਪੜ੍ਹਨੀ ਹੈ, ਆਪਣੇ ਇਤਿਹਾਸ ਨੂੰ ਚੇਤੇ ਕਰਨਾ ਹੈ। ਵੇਖਿਓ ਕਿਤੇ ਸੂਬੇ ਦੇ ਲਾਲਚਾਂ ਵਿੱਚ ਨਾ ਆ ਜਾਇਓ, ਵੇਖਿਓ ਕਿਤੇ ਸੂਬੇ ਦੇ ਡਰਾਵੇ ਤੋਂ ਡਰ ਨਾ ਜਾਇਓ। ਇਹ ਸਾਰੀ ਸਿੱਖਿਆ ਮਾਤਾ ਜੀ ਨੇ ਇਹਨਾਂ ਰਾਤਾਂ ਦੇ ਵਿੱਚ ਦਿੱਤੀ ਹੈ। ਇਹਨਾਂ ਰਾਤਾਂ ਦੇ ਵਿੱਚ ਫਿਰ ਉਸ ਮਹਾਨ ਗੁਰਮੁਖ ਪਿਆਰੇ ਭਾਈ ਮੋਤੀ ਰਾਮ ਜੀ ਜੋ ਮਹਿਰਾ ਬਰਾਦਰੀ ਵਿੱਚੋਂ ਸਨ, ਉਹਨਾਂ ਨੇ ਮਾਤਾ ਜੀ ਤੇ ਲਾਲਾ ਨੂੰ ਦੁੱਧ ਵੀ ਪਿਆਇਆ ਰਾਤ ਦੇ ਹਨੇਰੇ ਵਿੱਚ ਆ ਕਰਕੇ, ਜਿਸ ਕਰਕੇ ਬਾਅਦ ਵਿੱਚ ਪਤਾ ਲੱਗਣ ਤੋਂ ਭਾਈ ਮੋਤੀ ਰਾਮ ਜੀ ਦਾ ਸਾਰਾ ਪਰਿਵਾਰ ਤੇ ਛੋਟੇ ਛੋਟੇ ਉਹਦੇ ਬੱਚੇ ਕੋਲੂ ਥਾਣੀ ਪੀੜ ਕੇ ਖਤਮ ਕਰ ਦਿੱਤਾ ਸੀ। ਸਾਰਾ ਪਰਿਵਾਰ, ਸਭ ਘਾਣ ਬੱਚਾ ਪੀੜ ਦਿੱਤਾ ਸੀ ਸਰਹੰਦ ਦੇ ਸੂਬੇ ਨੇ। ਅੱਜ ਦਾ ਦਿਨ ਚੜ੍ਹਿਆ, ਦਿਨੇ 11:30 ਦਾ ਸਮਾਂ ਸੀ। 11 ਵਜੇ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਠੰਡੇ ਬੁਰਜ ਵਿੱਚੋਂ ਲੈਣ ਜਾਂਦੇ ਆ, ਕਿਉਂਕਿ 12 ਨੂੰ ਫਤਵਾ ਲਾ ਦਿੱਤਾ ਸੀ ਨਾ ਵੀ ਨੀਹਾਂ ਵਿੱਚ ਜਿਉਂਦਿਆਂ ਨੂੰ ਚਿਣ ਕੇ ਖਤਮ ਕਰ ਦਿੱਤਾ ਜਾਵੇ। ਤੇ ਅੱਜ ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਤਿਆਰ ਕੀਤਾ ਹੈ। ਇਤਿਹਾਸ ਕਹਿੰਦਾ ਹੈ ਵੀ ਇੱਕ ਗਠੜੀ ਸੀ ਮਾਤਾ ਜੀ ਦੇ ਕੋਲੇ, ਉਹਦੇ ਵਿੱਚ ਸਾਹਿਬਜ਼ਾਦਿਆਂ ਦੇ ਵਸਤਰ ਸਨ, ਜਿਹੜੇ ਅੱਜ 13 ਪੋਹ ਵਾਲੇ ਦਿਨ ਮਾਤਾ ਜੀ ਨੇ ਚੋਲੇ ਪਵਾਏ ਨਾ, ਉਹ ਇਤਿਹਾਸ ਵਿੱਚ ਲਿਖਿਆ ਵੀ ਨੀਲੇ ਰੰਗ ਦੇ ਚੋਲੇ ਸੀ। ਛੋਟੇ ਛੋਟੇ ਚੋਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਲੇ ਰੰਗ ਦੇ ਚੋਲੇ 13 ਪੋਹ ਵਾਲੇ ਦਿਨ ਮਾਤਾ ਜੀ ਨੇ ਪਵਾਏ, ਔਰ ਕੇਸਾਂ ਨੂੰ ਵਾਹਿਆ ਮਾਤਾ ਜੀ ਨੇ, ਤੇ ਫਿਰ ਕੇਸਕੀ ਸਜਾ ਕੇ ਉੱਤੇ ਦੂਰੀ ਦਸਤਾਰ ਸਜਾਈ ਦੋਨਾਂ ਸਾਹਿਬਜ਼ਾਦਿਆਂ ਦੀ। ਇਹ ਸਾਡੀ ਮਰਿਆਦਾ ਹੈ ਗੁਰੂ ਕੇ ਖਾਲਸੇ ਦੀ, ਗੁਰੂ ਸਾਹਿਬਾਂ ਦੇ ਬਖਸ਼ਿਸ਼ ਕੀਤੀ ਹੋਈ। ਅਸੀਂ ਦੋਹਰੀ ਦਸਤਾਰ ਸਜਾਉਂਦੇ ਹਾਂ, ਇੱਕ ਥੱਲੇ ਕੇਸਾਂ ਨਾਲ ਕੇਸਕੀ ਕੀਤੀ ਜਾਂਦੀ ਹੈ, ਉੱਤੇ ਦੂਜੀ ਦਸਤਾਰ ਸਜਾਈ ਜਾਂਦੀ ਹੈ। ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਰਿਆਂ ਨੂੰ ਦੋਹਰੀ ਦਸਤਾਰ ਸਜਾਈ ਹੈ, ਔਰ ਲਿਖਿਆ ਹੋਇਆ ਹੈ, ਜੋਗੀ ਅੱਲਾ ਯਾਰ ਖਾਨ ਨੇ ਵੀ ਲਿਖਿਆ ਹੈ ਕਿ ਛੋਟੀਆਂ ਛੋਟੀਆਂ ਕਲਗੀਆਂ ਵੀ ਲਾਈਆਂ ਹੈ ਸਾਹਿਬਜ਼ਾਦਿਆਂ ਦੇ ਦਸਤਾਰ ਦੇ ਉੱਤੇ ਮਾਤਾ ਜੀ ਨੇ। ਤੇ ਜਾਣ ਤੋਂ ਪਹਿਲਾਂ ਸਿਪਾਹੀ ਆਏ ਖਲੋਤੇ, ਉਹ ਕਹਿੰਦੇ ਮਾਤਾ ਜੀ ਛੇਤੀ ਤੋਰੋ। ਮਾਤਾ ਜੀ ਕਹਿੰਦੇ ਮੈਨੂੰ ਤਿਆਰ ਤੇ ਕਰ ਲੈਣ ਦਿਓ, ਅੱਜ ਇਹਨਾਂ ਜਾਣਾ ਫਿਰ ਕਿਹੜਾ ਆਉਣਾ, ਮੈਨੂੰ ਤਿਆਰ ਕਰ ਲੈਣ ਦਿਓ। ਕਹਿੰਦੇ ਤਿਆਰ ਕਰਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਛੋਟੀਆਂ ਛੋਟੀਆਂ ਕਲਗੀਆਂ ਦਸਤਾਰਾਂ ਤੇ ਸਜਾ ਕੇ ਮਾਤਾ ਜੀ ਨੇ ਦੋਨਾਂ ਦੇ ਮੱਥੇ ਚੁੰਮੇ।
फिर दोनों नूं घुट के छाती दे नाल लाया ते फिर माता जी ने बड़ा प्यार दे के ते दोनों साहिबजादियां नूं तोरिया। हुण सिपाही लैके जा रहे ठंडे बुरज तो हेठां नूं पौड़ियां उतर रहे आ। हुण वो ठंडा बुरज नहीं रहा, ਉਹਦੇ ਥਾਂ ਦੇ ਉੱਤੇ ਦਰਬਾਰ ਸਾਹਿਬ ਤਾਂ ਬਣਿਆ ਹੋਇਆ ਹੈ, ਪਰ ਉਹ ਠੰਡਾ ਬੁਰਜ ਢਾਹ ਦਿੱਤਾ ਗਿਆ। ਬਲਕਿ ਢਾਉਣਾ ਨਹੀਂ ਸੀ ਚਾਹੀਦਾ, ਠੰਡਾ ਬੁਰਜ ਉਸੇ ਤਰ੍ਹਾਂ ਰੱਖਣਾ ਚਾਹੀਦਾ ਸੀ। ਪੁਰਾਣੀਆਂ ਬਹੁਤ ਚੀਜ਼ਾਂ ਢਹਿ ਗਈਆਂ, ਜਿੰਨੀਆਂ ਕੁ ਹੈ ਉਹਨਾਂ ਨੂੰ ਸਾਂਭਣਾ ਚਾਹੀਦਾ ਹੈ। ਪੁਰਾਣੀ ਕੋਈ ਯਾਦਗਾਰ, ਕੋਈ ਇਤਿਹਾਸਕ ਦਰਖਤ ਨਹੀਂ ਪੁੱਟਣਾ ਚਾਹੀਦਾ, ਪੁਰਾਣੀ ਯਾਦਗਾਰ ਕੋਈ ਢਾਉਣੀ ਨਹੀਂ ਚਾਹੀਦੀ, ਉਹਨੂੰ ਸੰਭਾਲਣਾ ਚਾਹੀਦਾ ਹੈ। ਇਹ ਕੌਮ ਦਾ ਫਰਜ਼ ਹੈ, ਇਹ ਖਾਲਸਾ ਪੰਥ ਦਾ ਫਰਜ਼ ਹੈ। ਉਸ ਮੌਕੇ ਦੇ ਉੱਤੇ ਉਹ ਠੰਡਾ ਬੁਰਜ, ਉਹਨੂੰ ਠੰਡਾ ਬੁਰਜ ਦਾ ਨਾਂ ਹੀ ਤਾਂ ਸੀ ਕਿ ਜੇਠ ਹਾੜ ਦੇ ਮਹੀਨੇ ਵਿੱਚ ਵੀ ਥੱਲੇ ਦੀ ਉਹਦੇ ਪਾਣੀ ਲੰਘਦਾ ਸੀ ਤੇ ਉਹਦੇ ਨਾਲ ਫਿਰ ਹਵਾ ਕਹਿ ਕਰਕੇ ਤੇ ਉਹਦੇ ਵਿੱਚ ਠੰਡ ਜਿਹੜੀ ਸੀ ਉਹ ਪ੍ਰਾਪਤ ਹੁੰਦੀ ਸੀ। ਸਰਹੰਦ ਦਾ ਸੂਬਾ ਗਰਮੀਆਂ 'ਚ ਉਹਦੇ 'ਚ ਵਿਆਹ ਕਰਦਾ ਸੀ, ਗਰਮੀ ਤੋਂ ਬਚਣ ਵਾਸਤੇ। ਜਿਵੇਂ ਗਰਮੀ 'ਚ ਅੱਜ ਕੱਲ੍ਹ ਲੋਕੀ ਏਸੀ ਲਾਉਂਦੇ ਨਾ, ਜਾਣੋ ਕਿ ਇਹ ਸੂਬੇ ਸਰਹੰਦ ਵਾਸਤੇ ਏਸੀ ਸੀ ਉਸ ਮੌਕੇ ਦਾ। ਏਸੀ ਤੇ ਨਹੀਂ ਸੀ ਉਦੋਂ ਹੁੰਦੇ, ਪਰ ਠੰਡਾ ਬੁਰਜ ਗਰਮੀ ਤੋਂ ਬਚਣ ਵਾਸਤੇ ਉਹਨੇ ਉੱਚਾ ਬਣਾਇਆ ਸੀ। ਉਸ ਉੱਚੇ ਬੁਰਜ 'ਚੋਂ ਸਾਹਿਬਜ਼ਾਦੇ ਥੱਲੇ ਉਤਰਦੇ ਆਉਂਦੇ, ਸਿਪਾਹੀ ਲੈ ਕੇ ਆਉਂਦੇ ਆ। ਮਾਤਾ ਜੀ ਉੱਤੇ ਖਲੋਤੇ ਹੋਏ ਸਾਹਿਬਜ਼ਾਦਿਆਂ ਵੱਲੇ ਵੇਖੀ ਜਾ ਰਹੇ ਆ। ਪਿੱਛੋਂ ਸਾਹਿਬਜ਼ਾਦਿਆਂ ਦੀਆਂ ਪਿੱਠਾਂ ਦਿਸਦੀਆਂ, ਜਾ ਰਹੇ ਆ ਸਾਹਿਬਜ਼ਾਦੇ। ਪਹੁੰਚ ਗਏ ਆ ਉਸ ਥਾਂ ਤੇ ਜਿੱਥੇ ਇੱਟਾਂ ਰੱਖੀਆਂ ਹੋਈਆਂ, ਜਿੱਥੇ ਚੂਨਾ ਰੱਖਿਆ ਹੋਇਆ ਹੈ, ਜਿੱਥੇ ਮਿਸਤਰੀ ਖਿਲਾਰਿਆ, ਜਿੱਥੇ ਸਰਹੰਦ ਦਾ ਸੂਬਾ ਆਪ ਖਲੋਤਾ ਹੈ, ਸਭ ਦੁਸ਼ਟ ਚੌਂਕੜੀ ਖਲੋਤੀ ਹੈ, ਸਭ ਤੁਰਕਾਨਾ ਖਲੋਤਾ ਹੋਇਆ ਹੈ। ਜਿਸ ਥਾਂ ਦੇ ਉੱਤੇ ਦੋ ਜਲਾਦ ਵੀ ਖਲੋਤੇ ਹੋਏ ਹਨ, ਪਰ ਵੇਖੋ ਕਿਸ ਤਰ੍ਹਾਂ ਦੀ ਵਿਉਂਤ ਨਿਰੰਕਾਰ ਦੀ, ਕਰਤਾਰ ਦੀ। ਜਿਹੜਾ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਲਾਦ ਹੈ ਨਾ ਦੋਵੇਂ, ਉਹਨਾਂ ਦਾ ਕਹਿੰਦੇ ਵੀ ਇੱਥੇ ਕੇਸ ਚੱਲਦਾ ਸੀ, ਕੇਸ ਸਰਹੰਦ ਦੇ ਵਿੱਚ। ਤੇ ਸਰਹੰਦ ਦੇ ਸੂਬੇ ਨੇ ਆਖਿਆ ਵੀ ਜਿਹੜਾ ਇਹਨਾਂ ਬੱਚਿਆਂ ਨੂੰ ਕਤਲ ਕਰੇਗਾ ਨਾ, ਨੀਹਾਂ 'ਚ ਚਿਣੇ ਜਾਣ ਤੋਂ ਬਾਅਦ ਇਹਨਾਂ ਨੂੰ ਜੇਵਾ ਕਰੇਗਾ, ਇਹਨਾਂ ਦੀਆਂ ਗਰਦਨਾਂ ਦੇ ਉੱਤੇ ਛੁਰੀ ਫੇਰੇਗਾ, ਤੇ ਉਹਨਾਂ ਨੇ ਆਖਿਆ ਵੀ ਅਸੀਂ ਕਰ ਦੇਵਾਂਗੇ, ਸਾਡਾ ਕੇਸ ਜਿਹੜਾ ਹੈ ਸਾਨੂੰ ਬਰੀ ਕਰ ਦਿੱਤਾ ਜਾਵੇ। ਕਹਿੰਦੇ ਸਰਹੰਦ ਦੇ ਸੂਬੇ ਨੇ ਆਖਿਆ ਅਸੀਂ ਤੁਹਾਨੂੰ ਬਰੀ ਕਰ ਦੇਵਾਂਗੇ, ਤੁਸੀਂ ਇਹ ਕੰਮ ਕਰੋ। ਉਹ ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਵੇਂ ਜਲਾਦ ਉੱਥੇ ਖਲੋਤੇ ਹੋਏ ਆ ਵੀ ਹੁਣ ਨੀਹਾਂ ਵਿੱਚ ਚਿਣੇ ਜਾਣਾ ਹੈ, ਚਿਣੇ ਜਾਣ ਤੋਂ ਬਾਅਦ ਵੀ ਸਹਿਕਦਿਆਂ ਨੂੰ ਅਸੀਂ ਕਤਲ ਕਰਾਂਗੇ। ਉਹ ਵੀ ਖਲੋਤੇ ਹੋਏ ਦੋਵੇਂ। ਤੇ ਉਹਨਾਂ ਦਾ ਜਿਹੜਾ ਦਾਦਾ ਸੀ ਨਾ ਸ਼ਾਸਲ ਬੇਗ ਤੇ ਬਾਸ਼ਲ ਬੇਗ ਦਾ, ਇਤਿਹਾਸ ਵਿੱਚ ਲਿਖਿਆ ਉਹਦਾ ਨਾਂ ਸੀ ਜਲਾਲੂਦੀਨ। ਤੇ ਜਲਾਲੂਦੀਨ ਜਲਾਦ ਉਹ ਸੀ ਜਿਨ੍ਹਾਂ ਚਾਂਦਨੀ ਚੌਂਕ ਦੇ ਵਿੱਚ ਸਾਹਿਬਜ਼ਾਦਿਆਂ ਦੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਉੱਤੇ ਤਲਵਾਰ ਦਾ ਵਾਰ ਕੀਤਾ ਸੀ। ਵੇਖੋ ਕੈਸੀ ਨੇਤ। ਜੇ ਤੋਂ ਕਾ ਹੋਰ ਵੇਖੀਏ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਮੌਕੇ ਤੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਉਣ ਵਾਲਾ ਹੈ ਔਰੰਗਜ਼ੇਬ ਬਾਦਸ਼ਾਹ। ਉਹਦੀ ਆਗਿਆ ਦੇ ਵਿੱਚ ਕਾਜੀ ਨੇ ਇਹ ਫਤਵਾ ਲਾਇਆ, ਸਭ ਕੁਝ ਕੀਤਾ। ਤੇ ਔਰੰਗਜ਼ੇਬ ਦਾ ਦਾਦਾ ਹੈ ਜਹਾਂਗੀਰ ਬਾਦਸ਼ਾਹ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਾਦਾ ਜੀ ਹਨ ਗੁਰੂ ਅਰਜਨ ਸਾਹਿਬ। ਜਹਾਂਗੀਰ ਦੇ ਹਕੂਮਤ ਦੇ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹੁੰਦੀ ਆ, ਤੇ ਜਹਾਂਗੀਰ ਦਾ ਪੋਤਾ ਹੈ ਔਰੰਗਜ਼ੇਬ, ਤੇ ਇਧਰਲੇ ਪਾਸੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੋਤੇ ਆ ਗੁਰੂ ਤੇਗ ਬਹਾਦਰ ਸਾਹਿਬ। ਤੇ ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਉੱਤੇ ਤਲਵਾਰ ਦਾ ਵਾਰ ਕੀਤਾ, ਉਹ ਜਲਾਦ ਜਲਾਲੂਦੀਨ ਹੈ। ਤੇ ਜਲਾਲੂਦੀਨ ਦੇ ਪੋਤੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਵਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ। ਵੇਖੋ ਕੈਸੀ ਇਹ ਵਿਉਂਤਬੰਦੀ ਹੈ, ਕੈਸੀ ਇਹ ਨੇਤ ਹੈ। ਇੱਕ ਪਾਸੇ ਜਲਾਦ ਆ, ਇੱਕ ਪਾਸੇ ਕਤਲ ਕਰਨ ਵਾਲੇ, ਇੱਕ ਪਾਸੇ ਜ਼ੁਲਮ ਕਰਨ ਵਾਲੇ ਆ, ਤੇ ਇੱਕ ਪਾਸੇ ਸ਼ਹੀਦ ਹੋਣ ਵਾਲੇ ਆ, ਸਿਦਕ ਵਾਲੇ ਆ, ਸਬਰ ਵਾਲੇ ਆ। ਸਾਹਿਬਜ਼ਾਦੇ ਪਹੁੰਚ ਗਏ ਉੱਥੇ। ਅੱਜ ਦਾ ਦਿਨ ਹੈ ਤੇ ਦੁਪਹਿਰ ਦਾ ਸਮਾਂ ਹੈ।
ਔਰ ਉਸ ਮੌਕੇ ਦੇ ਉੱਤੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਲੱਗੇ। ਲਿਖਿਆ ਹੋਇਆ ਹੈ ਔਰ ਇਹ ਬਚਨ ਟਕਸਾਲ ਦੇ ਮਹਾਂਪੁਰਖ ਵੀ ਪੜ੍ਹਾਉਂਦੇ ਹਨ, ਦੱਸਦੇ ਹਨ ਕਿ ਜਦੋਂ ਪਹਿਲੀ ਇੱਟ ਲਾ ਰਿਹਾ ਸੀ ਨਾ ਮਿਸਤਰੀ ਕਾਰੀਗਰ, ਤੇ ਉਹ ਗਿੱਟੇ ਨਾਲ ਲੱਗ ਕਰਕੇ ਨਹੀਂ ਸੀ ਸਹੀ ਲੱਗ ਰਹੀ, ਉਹ ਤੋੜ ਕੇ ਲਾਉਣ ਲੱਗਾ, ਨਾਲ ਨਾਲ ਇੱਟਾਂ ਲਾ ਕੇ ਦੀਵਾਰਾਂ 'ਚ ਚਿਣਿਆ ਜਾਣਾ ਹੈ। ਜਦੋਂ ਨਹੀਂ ਸੀ ਲੱਗ ਰਹੀ, ਉਹਨੇ ਤੇਸੀ ਦੇ ਨਾਲ ਜਦੋਂ ਇੱਟ ਭੰਨਣੀ ਚਾਹੀ ਨਾ, ਪਾਸ ਖਲੋਤੇ ਹੋਏ ਸ਼ਾਹੀ ਕਾਜੀ ਨੇ ਆਖਿਆ, ਉਹਨੇ ਕਿਹਾ ਨਾ ਓਏ, ਸਰਕਾਰ ਦੀ ਇੱਟ ਨਹੀਂ ਭੰਨਣ ਦੇਣੀ, ਬਾਗੀ ਗੁਰੂ ਦੇ ਬਾਗੀ ਪੁੱਤ, ਇਹਨਾਂ ਦੇ ਗਿੱਟੇ ਛਾਂਗ ਦੇਣੇ ਚਾਹੀਦੇ। ਕਹਿੰਦੇ ਵੀ ਗਿੱਟੇ ਛਾਂਗ ਕੇ ਇੱਟਾਂ ਲਾਈਆਂ ਗਈਆਂ। ਬਾਬਾ ਜੋਰਾਵਰ ਸਿੰਘ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ। ਵਾਹ ਸਿੱਖੀ, ਧੰਨ ਸਿੱਖੀ, ਧੰਨ ਗੁਰੂ ਕੇ ਲਾਲ। ਨੀਹਾਂ ਵਿੱਚ ਚਿਣੇ ਜਾਂਦੇ ਅੱਜ ਦੇ ਦਿਨ ਵੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਗੁਰੂ ਕੇ ਸਾਹਿਬਜ਼ਾਦੇ। ਇਹ ਲਿਖਿਆ ਹੋਇਆ ਇਤਿਹਾਸ ਵਿੱਚ। ਬਾਬਾ ਜੋਰਾਵਰ ਸਿੰਘ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਪਾਠ ਕਰ ਰਹੇ ਆ, ਦੀਵਾਰ 'ਚ ਚਿਣੇ ਜਾ ਰਹੇ। ਜਦੋਂ ਗੋਡਿਆਂ ਤੀਕ ਆਈ ਹੈ ਨਾ ਦੀਵਾਰ, ਤੇ ਗੋਡਿਆਂ ਦੀਆਂ ਚੱਪਣੀਆਂ ਤੇ ਵੀ ਤੇਸੀਆਂ ਮਾਰੀਆਂ ਗਈਆਂ, ਕੰਧ ਕੀਤੀ ਗਈ, ਉੱਪਰ ਦੀ ਕੰਧ ਹੋਈ ਹੈ। ਜਪਜੀ ਸਾਹਿਬ ਦਾ ਪਾਠ ਵੀ ਸੰਪੂਰਨ ਹੋਇਆ। ਬਹੁਤ ਕੁਝ ਕਵੀਆਂ ਨੇ, ਇਤਿਹਾਸਕਾਰਾਂ ਨੇ ਲਿਖਿਆ ਹੈ, ਮਨ ਦੇ ਖਿਆਲ ਵੀ ਹਨ, ਭਾਵਨਾ ਵੀ ਹੈ। ਤਾਂ ਕੰਧਾਂ ਦੇ ਵਿੱਚ ਚਿਣ ਦਿੱਤੇ ਗਏ ਹਨ, ਸਾਰੇ ਦੇ ਸਾਰੇ ਕੱਜੇ ਗਏ, 4 ਚੁਫੇਰੇ ਕੰਧ ਹੋ ਗਈ ਹੈ, ਵਿੱਚ ਸਾਹ ਘੁੱਟੇ ਗਏ, ਕੰਧ ਪਾਟ ਗਈ ਹੈ, ਫਿਰ ਥੱਲੇ ਡਿੱਗ ਪਏ ਹਨ। ਔਰ ਉਸ ਮੌਕੇ ਤੇ ਕਹਿੰਦੇ 11:15 ਦੇ ਲਗਭਗ ਸਮਾਂ ਹੋਵੇਗਾ, 11:15 11:30 ਦਾ ਸਮਾਂ। ਤਾਂ ਉਸ ਮੌਕੇ ਤੇ ਜਦੋਂ ਸਾਹਿਬਜ਼ਾਦੇ ਇੱਟਾਂ ਦੇ ਵਿੱਚ ਡਿੱਗੇ ਪਏ ਆ, ਤੇ ਫਿਰ ਸੂਬੇ ਸਰਹੰਦ ਨੇ ਆਖਿਆ ਹੈ ਵੀ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ। ਫਿਰ ਸ਼ਾਸਲ ਬੇਗ ਤੇ ਬਾਸ਼ਲ ਬੇਗ, ਉਹ ਦੋਵਾਂ ਸਾਹਿਬਜ਼ਾਦਿਆਂ ਦੀ ਛਾਤੀਆਂ ਤੇ ਬੈਠੇ, ਉਹਨਾਂ ਨੇ ਛੁਰੀਆਂ ਦੇ ਨਾਲ ਸਾਹ ਅੱਗ ਕੱਢੀ, ਸਾਧ ਸੰਗਤ, ਸਾਹ। ਤਾਂ ਉਸ ਮੌਕੇ ਦੇ ਉੱਤੇ ਫਿਰ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਐਸੇ ਬਚਨ ਵੀ ਲਿਖੇ ਕਿ ਬਾਬਾ ਜੀ ਜਦੋਂ ਸਾਹ ਅੱਗ ਕੱਟੀ ਗਈ ਹੈ ਨਾ, ਉਹ ਡੋਲੇ ਨਹੀਂ, ਚੜ੍ਹਦੀ ਕਲਾ ਵਿੱਚ ਰਹੇ ਆ। ਪਰ ਸੁਭਾਵਿਕ ਹੈ, ਜੋ ਸਰੀਰ ਦੀ ਕਿਰਿਆ ਹੈ, ਹਰਕਤ ਹੈ, ਉਹ ਤਾਂ ਹੋਣੀ ਸੀ ਨਾ। ਜਦੋਂ ਸਾਹ ਅੱਗ ਕੱਟੀ ਗਈ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਕਿੰਨਾ ਚਿਰ ਚਰਨ ਹਿਲਦੇ ਰਹੇ ਆ, ਚਰਨ ਹਿਲਦੇ ਰਹੇ ਹਨ ਸਾਹ ਅੱਗ ਕੱਟੀ ਤੋਂ ਬਾਅਦ। ਤੇ 13 ਪੋਹ ਵਾਲੇ ਦਿਨ, ਅੱਜ ਦੇ ਦਿਨ, ਗੁਰੂ ਕੇ ਲਾਲਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਕੋਈ ਲਾਲਚ ਨਹੀਂ ਮੰਨਿਆ, ਕੋਈ ਡਰ ਨਹੀਂ ਮੰਨਿਆ, ਉਹਨਾਂ ਦੀਆਂ ਲੱਤਾਂ ਨਹੀਂ ਕੰਬੀਆਂ, ਉਹਨਾਂ ਦੇ ਦਿਲ ਨਹੀਂ ਧੜਕੇ, ਉਹਨਾਂ ਦੇ ਬੁੱਲ ਨਹੀਂ ਫਰਕੇ। ਉਹ ਜਾਹੋ ਜਲਾਲ ਤੇ ਚੜ੍ਹਦੀ ਕਲਾ ਵਿੱਚ ਰਹੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਸੀ। ਇਹ ਮਾਤਾ ਗੁਜਰ ਕੌਰ ਦੀ ਸਿੱਖਿਆ ਸੀ, ਜਿਸ ਕਰਕੇ ਉਹਨਾਂ ਨੂੰ ਇਹ ਰੰਗ ਲੱਗਾ, ਜਿਹੜਾ ਰੰਗ ਕਦੀ ਫਿੱਕਾ ਨਹੀਂ ਪੈ ਸਕਦਾ, ਲੈ ਨਹੀਂ ਸਕਦਾ। ਲਾਲ ਰੰਗ ਤਿਸ ਕੋ ਲੱਗਾ, ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਨੇ ਪ੍ਰਕਾਸ਼ ਤੋਂ ਬਾਅਦ ਸ਼ਬਦ ਪੜ੍ਹਿਆ ਸੀ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ, ਨਹਿ ਲਾਗੈ ਦਾਗਾ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਗੁਰੂ ਕੇ ਲਾਲਾਂ ਦੀ ਸ਼ਹਾਦਤ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ। ਮਾਤਾ ਜੀ ਨੂੰ ਪਤਾ ਲੱਗਾ ਵੀ ਦੋਵੇਂ ਲਾਲ ਸ਼ਹੀਦ ਹੋ ਗਏ ਆ। ਫਿਰ ਚੌਂਕੜਾ ਲਾਇਆ ਠੰਡੇ ਬੁਰਜ ਦੇ ਵਿੱਚ, ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਤੇ ਆਪਣੀ ਸਵੈ ਇੱਛਾ ਦੇ ਅਨੁਸਾਰ ਮਾਤਾ ਗੁਜਰ ਕੌਰ ਜੀ ਨੇ ਸਰੀਰ ਤਿਆਗਿਆ। ਗੁਰਮੁਖ ਆਵੈ ਜਾਏ ਨਿਸੰਗ, ਗੁਰਮੁਖਾਂ ਦਾ ਆਉਣਾ ਜਾਣਾ ਨਿਸੰਗ ਹੈ। ਗੁਰਮੁਖ ਸੱਦੇ ਜਾਨ ਆਵਣ ਘੱਲਿਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ। ਤਾਂ ਮਾਤਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਤਾਂ ਸਾਰੇ ਸਾਧ ਸੰਗਤ ਜੀ ਆਪਾਂ
ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਦਿਆਂ ਹੋਇਆਂ, ਮਾਤਾ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਇਹਨਾਂ ਪਵਿੱਤਰ ਪੰਕਤੀਆਂ ਵਿੱਚ ਹਾਜ਼ਰੀ ਲਾਈਏ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ, ਪੁਰਜਾ ਪੁਰਜਾ ਘਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ। ਕਬਹੁ ਨਾ ਛਾਡੈ ਖੇਤ, ਕਬਹੁ ਨਾ ਛਾਡੈ ਖੇਤ, ਕਬਹੁ ਨ ਛਾਡੈ ਖੇਤ, ਕਬਹੁ ਨ ਛਾਡੈ ਖੇਤ। ਫਿਰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਦੀ ਸੇਵਾ ਭਾਈ ਟੋਡਰ ਮੱਲ ਜੀ ਨੇ ਕੀਤੀ। ਉਹਨਾਂ ਦੀ ਪੁਰਾਣੀ ਹਵੇਲੀ ਹਾਲੇ ਵੀ ਉੱਥੇ ਹੈ, ਜਿਸ ਨੂੰ ਵੀ ਸਾਂਭਣ ਦੀ ਬੜੀ ਲੋੜ ਹੈ। ਤਾਂ ਉਹਨਾਂ ਨੇ ਆ ਕਰਕੇ ਸਰਹੰਦ ਦੇ ਸੂਬੇ ਨੂੰ ਆਖਿਆ ਵੀ ਮੈਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਸੇਵਾ ਕਰਨੀ ਚਾਹੁੰਦਾ। ਸਰਹੰਦ ਦੇ ਸੂਬੇ ਨੇ ਆਖਿਆ ਵੀ ਸਰਕਾਰ ਦੀ ਜ਼ਮੀਨ ਤੂੰ ਮੁੱਲ ਖਰੀਦ ਕੇ ਜਿੰਨੇ ਥਾਂ ਵਿੱਚ ਤੂੰ ਸੰਸਕਾਰ ਕਰਨਾ ਹੈ ਮੋਹਰਾਂ ਵਿਛਾ। ਜੌਹਰੀ ਸੀ ਨਾ, ਉਹਨੇ ਕਿਹਾ ਮੋਹਰਾਂ ਵਿਛਾ ਕੇ ਥਾਂ ਲੈ ਸਕਦਾ। ਜਦੋਂ ਮੋਹਰਾਂ ਵਿਛਾਉਣ ਲੱਗਾ ਨਾ, ਸਰਹੰਦ ਦੇ ਸੂਬੇ ਨੇ ਆਖਿਆ ਇੰਜ ਲੰਮੀਆਂ ਪਾ ਕੇ ਨਹੀਂ, ਖੜੀਆਂ ਕਰਕੇ ਮੋਹਰਾਂ ਵਿਛਾ। ਖੜੀਆਂ ਕਰਕੇ ਮੋਹਰਾਂ ਉਹਨੇ ਥਾਂ 'ਚ ਵਿਛਾਈਆਂ ਗਈਆਂ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਇਸ ਕਰਕੇ ਇਤਿਹਾਸ ਕਹਿੰਦਾ ਸਭ ਤੋਂ ਜ਼ਿਆਦਾ ਕੀਮਤ ਵਾਲੀ ਜਿਹੜੀ ਜਗ੍ਹਾ ਹੈ ਉਹ ਸ੍ਰੀ ਜੋਤੀ ਸਰੂਪ ਸਾਹਿਬ ਵਾਲੀ ਧਰਤੀ ਹੈ। ਇੰਨੀ ਮਹਿੰਗੀ ਧਰਤੀ, ਮਹਿੰਗੀ ਤੋਂ ਮਹਿੰਗੀ ਧਰਤੀ ਪਈ ਹੈ ਦੁਨੀਆ ਦੇ ਉੱਤੇ, ਪਰ ਇੰਨੀ ਮਹਿੰਗੀ ਧਰਤੀ ਕੋਈ ਵੀ ਨਹੀਂ ਵੇਖੇ ਜਿੱਥੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹਨਾਂ ਥਾਂ ਖਰੀਦਿਆ ਗਿਆ ਹੋਵੇ। ਇੱਕ ਆਮ ਹੀ ਨਾ ਰੀਤੀ ਰਿਵਾਜ ਜਿਹਾ, ਕਿਉਂਕਿ ਅਸੀਂ ਸੰਸਾਰੀ ਲੋਕ ਹਾਂ। ਕਿਸੇ ਭੋਗ ਤੇ ਇਕੱਠ ਜ਼ਿਆਦਾ ਹੋ ਜਾਵੇ, ਕਿਸੇ ਸੰਸਕਾਰ ਤੇ ਇਕੱਠ ਜ਼ਿਆਦਾ ਹੋ ਜਾਵੇ ਤੇ ਅੰਦਾਜ਼ਾ ਸੰਸਾਰੀ ਤੌਰ ਤੇ ਲਾ ਲਿਆ ਜਾਂਦਾ, ਕਹਿੰਦੇ ਵੀ ਇਹ ਵੱਡੇ ਭਾਗ। ਤੇ ਉਦੋਂ ਇਹ ਸਾਹਮਣੇ ਸਾਹਿਬਜ਼ਾਦਿਆਂ ਦਾ ਇਤਿਹਾਸ ਆ ਜਾਂਦਾ ਹੈ ਵੀ ਜੇ ਇਸ ਤਰ੍ਹਾਂ ਵੱਡੇ ਭਾਗ ਆ ਜਾਂ ਇਸ ਤਰ੍ਹਾਂ ਕੋਈ ਸ਼ਖਸੀਅਤ ਮਹਾਨ ਹੁੰਦੀ ਹੈ ਇਕੱਠ ਜ਼ਿਆਦੇ ਦੇ ਨਾਲ, ਫਿਰ ਚਮਕੌਰ ਦੇ ਸ਼ਹੀਦਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਤਿੰਨ ਪਿਆਰੇ ਤੇ ਬਾਕੀ ਸਿੰਘਾਂ ਦਾ ਸੰਸਕਾਰ ਤੇ ਕੱਲੀ ਬੀਬੀ ਹਰਸ਼ਰਨ ਕੌਰ ਨੇ ਕੀਤਾ ਸੀ। ਉੱਥੇ ਤੇ ਇਕੱਠ ਕੋਈ ਨਹੀਂ ਹੋਇਆ ਸੀ। ਮਹਾਨਤਾ ਇਸ ਤਰ੍ਹਾਂ ਵੇਖੀਏ ਕਿ ਇਕੱਠ ਨਾਲ ਵੇਖੀਏ। ਫਿਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰਾਂ ਨੂੰ ਉਸ ਥਾਂ ਤੋਂ ਜੋਤੀ ਸਰੂਪ ਸਾਹਿਬ ਵਾਲੇ ਸਥਾਨ ਤੇ ਲਿਜਾ ਕੇ ਸੰਸਕਾਰ ਕਰਨ ਵੇਲੇ ਤੇ ਟੋਡਰ ਮੱਲ ਦੇ ਨਾਲ ਕੋਈ ਹੈ ਹੀ ਨਹੀਂ ਸੀ ਉਹਦੇ ਪਰਿਵਾਰ ਤੋਂ ਬਿਨਾਂ। ਉਹਨੇ ਇਕੱਲੇ ਸਿੱਖ ਨੇ ਆਪਣੇ ਪਰਿਵਾਰ ਦੇ ਨਾਲ ਵਾਰੀ-ਵਾਰੀ ਪਵਿੱਤਰ ਸਰੀਰ ਉੱਥੇ ਖੜੇ ਤੇ ਫਿਰ ਮਾਤਾ ਜੀ ਤੇ ਛੋਟੇ ਲਾਲਾਂ ਦਾ ਸੰਸਕਾਰ ਕੀਤਾ ਹੈ। ਕਿਸੇ ਵੀ ਮਨੁੱਖ ਦੀ ਮਹਾਨਤਾ ਇਕੱਠ ਕਰਕੇ ਨਹੀਂ ਹੁੰਦੀ ਹੈ ਵੀ ਬਹੁਤ ਵੱਡਾ ਇਕੱਠ ਹੋ ਜਾਵੇ ਤੇ ਕਹੀਏ ਵੀ ਇਹ ਮਹਾਨ ਹੈ ਜਾਂ ਵੱਡੇ ਭਾਗ ਹਨ। ਗੁਰੂ ਕੇ ਲਾਲਾਂ ਦਾ ਸੰਸਕਾਰ ਭਾਈ ਟੋਡਰ ਮੱਲ ਨੇ ਕੀਤਾ। ਫਿਰ ਸਮੇਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵੀ ਖੜਕਾਈ ਹੈ ਤੇ ਸਰਹੰਦ ਨੂੰ ਉੱਥੇ ਹਲਵਾ ਕੇ ਮਲੀਆ ਮੇਟ ਵੀ ਕੀਤਾ ਹੈ। ਤੇ ਫਿਰ ਸਰਹੰਦ ਦੀ ਥਾਂ ਤੇ ਜਿੱਥੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਗੱਜ ਗੱਜ ਕੇ ਫਤਿਹ ਬੁਲਾਈ ਨਾ ਕਚਹਿਰੀ 'ਚ, ਉਸ ਥਾਂ ਦਾ ਨਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕਰਕੇ ਉੱਥੇ ਨਿਸ਼ਾਨ ਚਲਾ ਕੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਨਾਮ ਰੱਖਿਆ ਉਹਦਾ। ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਜੀ ਗੱਜ ਕੇ ਫਤਿਹ ਬੁਲਾਉਂਦੇ ਰਹੇ। ਤੋ ਐਸਾ ਸਾਡਾ ਇਤਿਹਾਸ।